ਭਿਆਨਕ ਸੜਕ ਹਾਦਸੇ 'ਚ ਵਾਲ-ਵਾਲ ਬਚੇ ਕ੍ਰਿਕਟਰ ਰਿਸ਼ਭ ਪੰਤ। ਰੁੜਕੀ ਦੇ ਨੇੜੇ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਗੱਡੀ ਤੂ-ਤੂ ਕਰਕੇ ਸੜੀ। ਪੰਤ ਦੇ ਸਿਰ, ਗੋਡੇ ਤੇ ਪਿੱਠ ਤੇ ਲੱਗੀਆਂ ਸੱਟਾਂ। ਸੰਗਰੂਰ ਦੇ ਵਿੱਚ ਭਿਆਨਕ ਸੜਕ ਹਾਦਸਾ। ਪਿੰਡ ਉਪਲੀ ਦੇ ਨੇੜੇ ਸਕਾਰਪੀਓ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ। ਹਾਦਸੇ ਦੇ ਵਿੱਚ 4 ਨੌਜਵਾਨਾਂ ਦੀ ਮੌਤ। ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਤੋਂ ਵਿਜੀਲੈਂਸ ਦੀ ਪੁੱਛਗਿੱਛ ਜਾਰੀ। ਕਥਿਤ ਸਿੰਜਾਈ ਘੁਟਾਲੇ ਨੂੰ ਲੈ ਕੇ ਹੋ ਰਹੇ ਸਵਾਲ ਜਵਾਬ। ਅਕਾਲੀ ਭਾਜਪਾ ਸਰਕਾਰ ਦੇ ਵੇਲੇ ਦਾ ਹੈ ਕਥਿਤ ਸਿੰਜਾਈ ਘੁਟਾਲਾ। ਰਿਸ਼ਵਤ ਅਤੇ ਸ਼ੋਸ਼ਣ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ AIG ਆਸ਼ੀਸ਼ ਕਪੂਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ। ਪੀੜਤ ਮਹਿਲਾ ਨੇ ਰਾਜਪਾਲ ਦੇ ਨਾਲ ਕੀਤੀ ਮੁਲਾਕਾਤ। ਪੰਜਾਬ ਪੁਲਿਸ ਤੇ ਠੀਕ ਕਾਰਵਾਈ ਨਾ ਕਰਨ ਦੇ ਇਲਜ਼ਾਮ। ਹਰਿਆਣਾ ਦੇ ਖੇਡ ਮੰਤਰੀ ਤੇ ਛੇੜਛਾੜ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਨੇ SSP ਚੰਡੀਗੜ੍ਹ ਨੂੰ ਦਿੱਤੀ ਸ਼ਿਕਾਇਤ। ਮੰਤਰੀ ਸੰਦੀਪ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ। ਕਿਹਾ, ਮੈਨੂੰ ਸੋਸ਼ਲ ਮੀਡੀਆ ਤੇ ਮਿਲ ਰਹੀਆਂ ਧਮਕੀਆਂ। ਚੰਡੀਗੜ੍ਹ ਦੀ ਅਦਾਕਾਰਾ ਤੁਨੀਸ਼ਾ ਦੀ ਮਾਂ ਨੇ ਸਿਜ਼ਾਨ ਤੇ ਲਾਏ ਵੱਡੇ ਇਲਜ਼ਾਮ। ਕਿਹਾ, ਮੇਰੀ ਧੀ ਨੂੰ ਦਿੱਤਾ ਧੋਖਾ। ਸੈੱਟ ਤੇ ਡਰੱਗਸ ਲੈਂਦਾ ਸੀ ਸਿਜ਼ਾਨ। ਇਸਲਾਮ ਦਾ ਪਾਲਣ ਕਰਨ ਲਈ ਵੀ ਕੀਤਾ ਮਜਬੂਰ। ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ। ਪਟਿਆਲਾ ਦਾ ਰਹਿਣ ਵਾਲਾ ਸੀ ਆਸ਼ੀਸ਼ ਸਿੰਘ। 2 ਦਿਨ ਪਹਿਲਾਂ ਸਟੱਡੀ ਵੀਜ਼ੇ ਤੇ ਗਿਆ ਸੀ ਬਰੈਂਪਟਨ। ਦੁਬਈ ਦੇ ਵਿੱਚ ਫਸੀ ਫਿਲੌਰ ਦੀ ਕੁੜੀ ਏਜੰਟ ਤੇ ਕੰਮ ਦਿਵਾਉਣ ਦੇ ਬਹਾਨੇ ਗਲਤ ਲੋਕਾਂ ਦੇ ਕੋਲ ਭੇਜਣ ਦਾ ਇਲਜ਼ਾਮ। ਵੀਡੀਓ ਭੇਜ ਕੇ ਸਰਕਾਰ ਤੋਂ ਮਦਦ ਦੀ ਲਾਈ ਗੁਹਾਰ। ਪੰਜਾਬ ਦੇ 56 ਪ੍ਰਾਇਮਰੀ ਸਕੂਲਾਂ ਦੇ ਬਦਲੇ ਜਾਣਗੇ ਨਾਂ। ਜਾਤ ਅਦਾਲਤ ਨਾਮ ਬਦਲ ਕੇ ਸ਼ਹੀਦਾਂ ਤੇ ਗੁਰੂਆਂ ਦੇ ਨਾਂ ਤੇ ਰੱਖੇ ਜਾਣਗੇ ਨਾਂ। ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਜਾਰੀ ਕੀਤੇ ਨਿਰਦੇਸ਼। ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਹੀਰਾਬਾ 5 ਤੱਤਾਂ ਦੇ ਵਿੱਚ ਵਿਲੀਨ। PM ਨੇ ਦਿੱਤੀ ਅਗਨੀ। ਹੀਰਾਬਾ ਨੇ 100 ਸਾਲ ਦੀ ਉਮਰ ਦੇ ਵਿੱਚ ਲਏ ਆਖਿਰਲੇ ਸਾਹ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਸ਼ੁਰੂਆਤ ਕਰਦੇ ਹਾਂ ਖਬਰਾਂ ਦੀ। ਸਭ ਤੋਂ ਪਹਿਲਾਂ ਰਿਸ਼ਭ ਪੰਤ ਦੇ ਸੜਕੀ ਹਾਦਸੇ ਦੇ ਨਾਲ ਜੁੜੀ ਹੈ ਤੇ ਵੱਡੀ ਖਬਰ ਹੈ। ਰਿਸ਼ਭ ਪੰਤ ਦੇ ਐਕਸੀਡੈਂਟ ਤੇ BCCI ਦਾ ਪਹਿਲਾ ਬਿਆਨ ਸਾਹਮਣੇ ਆਇਆ। ਰਿਸ਼ਭ ਦੇ ਸਿਰ ਤੇ, ਗੋਡੇ ਅਤੇ ਪਿੱਠ ਤੇ ਸੱਟ ਲੱਗੀ ਹੈ। ਇਹ BCCI ਦਾ ਪਹਿਲਾ ਬਿਆਨ ਆਇਆ। ਜੈ ਸ਼ਾਹ ਨੇ ਕਿਹਾ ਹੈ ਰਿਸ਼ਭ ਪੰਤ ਦੇ ਸਿਰ ਤੇ 2 ਕੱਟ ਵੀ ਲੱਗੇ ਨੇ। ਸੱਜੇ ਗੁੱਟ, ਪੈਰ ਅਤੇ ਅੰਗੂਠੇ ਤੇ ਵੀ ਸੱਟ ਲੱਗੀ ਹੈ। ਰਿਸ਼ਭ ਪੰਤ ਦੀ ਹਾਲਤ, ਹਾਲਾਂਕਿ ਉਹਨਾਂ ਦਾ ਕਹਿਣਾ ਹੈ, ਸਥਿਰ ਬਣੀ ਹੋਈ ਹੈ, ਯਾਨੀ ਕਿ ਖਤਰੇ ਤੋਂ ਬਾਹਰ ਹੈ। ਅੱਜ ਸਵੇਰੇ ਉੱਤਰਾਖੰਡ ਰੁੜਕੀ ਦੇ ਵਿੱਚ ਕਾਰ ਦਾ ਐਕਸੀਡੈਂਟ ਹੋਇਆ ਸੀ। ਬਹੁਤ ਭਿਆਨਕ ਐਕਸੀਡੈਂਟ ਹੋਇਆ। ਡਿਵਾਈਡਰ ਦੇ ਨਾਲ ਇਹ ਗੱਡੀ ਜੋ ਹੈ ਰਿਸ਼ਭ ਪੰਤ ਦੀ ਟਕਰਾਈ ਔਰ ਡਿਵਾਈਡਰ ਦੇ ਨਾਲ ਟੱਕਰ ਖਾ ਕੇ ਉਸ ਤੋਂ ਬਾਅਦ ਹਾਈਵੇ ਦੀ ਦੂਜੀ ਲੇਨ ਦੇ ਵਿੱਚ ਕਾਰ ਨੂੰ ਅੱਗ ਲੱਗ ਗਈ। ਉੱਥੇ ਜਾ ਕੇ ਉਹ ਜਦੋਂ ਟਕਰਾਈ ਉਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਤਾਂ ਬਲਦੀ ਕਾਰ ਦੀ ਖਿੜਕੀ ਤੋੜ ਕੇ ਪੰਤ ਜਿਹੜੇ ਨੇ ਉਹ ਨਿਕਲੇ, ਯਾਨੀ ਕਿ ਉਹਨਾਂ ਨੇ ਇੱਥੇ ਹਿੰਮਤ ਕੀਤੀ ਤਾਂ ਫਿਰ ਉਹ ਗੱਡੀ ਤੋਂ ਬਾਹਰ ਨਿਕਲੇ ਔਰ ਆਪਣੀ ਜਾਨ ਜਿਹੜੀ ਹੈ ਕਿਸੇ ਤਰੀਕੇ ਦੇ ਨਾਲ ਬਚਾਈ ਹੈ। ਪੁਲਿਸ ਦਾ ਕਹਿਣਾ ਹੈ ਕਿ ਝਪਕੀ ਲੱਗਣ ਦੇ ਨਾਲ ਕਾਰ ਬੇਕਾਬੂ ਹੋਈ ਹੋ ਸਕਦੀ ਹੈ, ਯਾਨੀ ਕਿ ਨੀਂਦ ਆ ਗਈ, ਝਪਕੀ ਲੱਗ ਗਈ ਤੇ ਜਿਸ ਤੋਂ ਬਾਅਦ ਬੇਕਾਬੂ ਹੋ ਗਈ ਹੋਏਗੀ ਕਾਰ। ਫਿਲਹਾਲ ਪੰਤ ਨੂੰ ਇਸ ਵੇਲੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਹੋਇਆ। ਤਾਂ BCCI ਦਾ ਪਹਿਲਾ ਬਿਆਨ ਆਇਆ, ਯਾਨੀ ਕਿ ਉਹਨਾਂ ਨੇ ਦੱਸਿਆ ਕਿ ਹਾਲਤ ਇੱਕ ਤਾਂ ਖਤਰੇ ਤੋਂ ਬਾਹਰ ਹੈ, ਸਥਿਰ ਬਣੀ ਹੋਈ ਹੈ ਔਰ ਦੂਜਾ ਇਹ ਹੈ ਕਿ ਸੱਟਾਂ ਕਿੱਥੇ ਲੱਗੀਆਂ ਨੇ। ਰਿਸ਼ਭ ਦੇ ਸਿਰ ਤੇ ਸੱਟ ਲੱਗੀ ਹੈ, ਗੋਡੇ ਤੇ ਸੱਟ ਲੱਗੀ ਹੈ, ਪਿੱਠ ਤੇ ਸੱਟ ਲੱਗੀ ਹੈ ਔਰ ਇਸ ਤੋਂ ਇਲਾਵਾ ਸਿਰ ਦੇ ਵਿੱਚ 2 ਕੱਟ ਨੇ। ਸਿਰ ਤੇ 2 ਕੱਟ ਲੱਗੇ ਨੇ। ਸੱਜਾ ਗੁੱਟ ਹੈ, ਪੈਰ ਹੈ, ਅੰਗੂਠਾ, ਯਾਨੀ ਕਿ ਸਰੀਰ ਤੇ ਕਈ ਅਜਿਹੀਆਂ ਥਾਵਾਂ ਨੇ, 5 ਤੋਂ 7 ਥਾਵਾਂ ਅਸੀਂ ਕਹਿ ਸਕਦੇ ਹਾਂ ਜਿੱਥੇ BCCI ਦਾ ਬਿਆਨ ਹੈ ਕਿ ਸੱਟਾਂ ਲੱਗੀਆਂ ਨੇ, ਯਾਨੀ ਕਿ ਇੰਜਰੀ ਹੋਈ ਹੈ ਔਰ ਕਾਫੀ ਜ਼ਿਆਦਾ ਸਮੱਸਿਆ ਕਹਿ ਸਕਦੇ ਹਾਂ ਆਉਣ ਵਾਲੇ ਦਿਨਾਂ 'ਚ ਹੋ ਜਾਏਗੀ, ਪਰ ਕਿਤੇ ਨਾ ਕਿਤੇ ਜਾਨ ਦਾ ਬਚਾਅ ਹੋਇਆ। ਤਸਵੀਰਾਂ ਤੇ ਦਿਖਾ ਰਹੇ ਹਾਂ ਹਾਦਸੇ ਦੀਆਂ। ਇਹ CCTV ਤਸਵੀਰਾਂ ਪਹਿਲੀ ਤਸਵੀਰ ਦੇ ਵਿੱਚ ਨਜ਼ਰ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਗੱਡੀ ਜਦੋਂ ਡਿਵਾਈਡਰ ਦੇ ਨਾਲ ਅਚਾਨਕ ਟਕਰਾਈ ਹੈ ਤਾਂ ਉਸ ਤੋਂ ਬਾਅਦ ਅੱਗ ਲੱਗੀ ਹੈ। ਕਿਵੇਂ ਅੱਗ ਲੱਗੀ ਹੈ ਇਸ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ CCTV ਤਸਵੀਰਾਂ 'ਚ। ਦੂਜੀ ਤਸਵੀਰ ਹੈ ਬਾਅਦ ਦੀਆਂ ਤਸਵੀਰਾਂ, ਤੜਕਸਾਰ ਦੀਆਂ ਤਸਵੀਰਾਂ ਕਹਿ ਲਈਏ ਤਾਂ ਉੱਥੇ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਗੱਡੀ ਪੂਰੀ ਤਰ੍ਹਾਂ ਦੇ ਨਾਲ ਸਵਾਹ ਹੋ ਚੁੱਕੀ ਸੀ ਔਰ ਉਸ ਤੋਂ ਬਾਅਦ ਦੀ ਇਹ ਤਸਵੀਰ ਹੈ। ਤੀਜੀ ਤਸਵੀਰ ਟੱਕਰ ਤੋਂ ਬਾਅਦ ਜਦੋਂ ਅੱਗ ਲੱਗੀ, ਜਦੋਂ ਸ਼ਖਸ ਉੱਥੋਂ ਨਿਕਲ ਰਹੇ ਸੀ, ਰਾਹਗੀਰ ਨਿਕਲ ਰਹੇ ਸੀ ਤਾਂ ਉਹਨਾਂ ਨੇ ਵੀਡੀਓ ਬਣਾਈ ਜਦੋਂ ਇਹ ਗੱਡੀ ਜਿਹੜੀ ਹੈ ਬਲ ਰਹੀ ਸੀ। ਜਦੋਂ ਅੱਗ ਲੱਗੀ ਹੋਈ ਸੀ ਗੱਡੀ ਨੂੰ, ਉਸ ਵੇਲੇ ਤੱਕ ਅੱਗ ਲੱਗੀ ਹੋਈ ਸੀ। 5 ਵਜੇ ਤੋਂ ਕਰੀਬ ਦੀ ਇਹ ਤਸਵੀਰ ਹੈ ਔਰ ਹਾਦਸਾ ਜਿਹੜਾ ਹੈ ਉਸ ਤੋਂ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ, ਯਾਨੀ ਕਿ ਕਾਫੀ ਦੇਰ ਤੱਕ ਜਿਹੜੀ ਗੱਡੀ ਹੈ ਉਹ ਬਲਦੀ ਰਹੀ, ਇਸ ਦੇ ਵਿੱਚ ਅੱਗ ਲੱਗੀ ਰਹੀ। ਤਾਂ ਇਸ ਤਰੀਕੇ ਦਾ ਇਹ ਭਿਆਨਕ ਹਾਦਸਾ ਵਾਪਰਿਆ ਹੈ। ਜ਼ਿਕਰਯੋਗ ਹੈ ਕਿ ਰਿਸ਼ਭ ਪੰਤ ਕ੍ਰਿਕਟਰ ਨੇ
और इस करके ही अहम है कि बीसीसीआई का यह बयान आया और उन्होंने दस्या है कि सट्टां जिहड़ियां ने किथे किथे लगियां ने पर हालत खतरे तो बाहर है, स्थिर बनी हुई है। तो सचिन तेंदुलकर ने ट्वीट किया। सचिन तेंदुलकर ऋषभ पंत दे जल्दी ठीक होने की कामना करदा हां। उन्होंने लिखा मेरियां दुआवां उन्हां दे नाल ने। तो सचिन तेंदुलकर किसी पछाण दे मोहताज नहीं और बड़ा नां ने क्रिकेट का। तो उन्होंने वालों एक कामना की गई है कि जल्दी जिहड़े ऋषभ पंत ने ठीक होण और उन्होंने कहना है कि मेरियां दुआवां उन्हां दे नाल ने। तो इस तो इलावा वीरेंद्र सहवाग के वालों भी ट्वीट किया गया और ऋषभ पंत के जल्दी ठीक होने की कामना उन्होंने कहना है कि मैं करदा और छेती ठीक हो जाओ। तो यह वीरेंद्र सहवाग के वालों ट्वीट किया गया। तो ऋषभ पंत के ठीक होने की कामना इन्हां दो वड्डे नावां दे वल्लों क्रिकेटर दे वल्लों की गई है। वीरेंद्र सहवाग ते सचिन तेंदुलकर दे वल्लों यह ट्वीट किया गया। अगे वधांगे तो संगरूर दे विच भी भयानक सड़की हादसा वापरिया। सड़क हादसे दे विच 4 नौजवानों की मौत हो गई है। तो यह भी वड्डी खबर है। स्कॉर्पियो ने मोटरसाइकिल नूं टक्कर मार दी। एक मोटरसाइकिल ते सवार सन चारों नौजवान जिन्हां दी मौत हो गई। पिंड उपली है जिस दे नेड़े संगरूर बठिंडा NH ते नैशनल हाईवे ते हादसा वापरिया है। 3 नौजवानों की मौके ते मौत हो गई सी। चौथे नौजवान की पटियाला हस्पताल दे विच ले जांदे वक्त मौत हो गई, यानी कि रस्ते दे विच ही मौत हो गई। तो यह दर्दनाक हादसा जो जिक्र करिए तो बहुत सारे हादसे जिहड़े ने वो वेखण नूं मिले ने, सुनन नूं मिले ने। कह सकते हैं कि बहुत सारे हादसे दीयां खबरां जिहड़ियां ने वो अज सामने आ रही ने। तो उस दे विचों एक खबर है संगरूर दे विच 4 नौजवानों की मौत हो गई है। तो कह सकते हैं कि एक वड्डा दुखा दा पहाड़ इन्हां 4 परिवारां ते आया है जिन्हां दे नौजवान सी। 4 की मौत हो गई। इक्को मोटरसाइकिल ते सवार सन। तो किते ना किते ट्रैफिक नियम जिहड़े ने उन्हां दी भी उलंघना की गई क्योंकि 2 ही जने एक मोटरसाइकिल ते 2 पहिया वाहन ते बह सकते हैं पर 4 नौजवान जा रहे सी। स्कॉर्पियो दी टक्कर वजी। तो उस तो बाद ये तस्वीरां जिहड़ियां ने नजर आईयां ने कि कुछ मंजर बाद दे विच वेखण नूं मिलिया। गड्डी दी की हालत है, अंदाजा लग सकता है कि किस तरीके दे नाल टक्कर होई होएगी। तकरीबन सवेरे 12 बजे साडे कोल 2 ब्रॉडहेड ते एक पेशेंट ठीक सी, उन्होंने रैफर किया गया सीगा। ਉਹਦੀ शायद पटियाला डेथ हो गई है, वो कन्फर्म नहीं है। तो एक डेड बॉडी साडे कोल सवेरे आई है 9:30 ਦੇ ਵਿੱਚ, ਉਹ ਵੀ ਉੱਥੋਂ ਹੀ ਲੈ ਕੇ ਆਏ ਨੇ। ਕਿਹੜੀ ਹਾਲਤ ਦੇ ਵਿੱਚ ਸੀਗੇ ਸਾਰੇ? ब्रॉडहेड ਸੀ ਸਾਡੇ ਕੋਲ 2-3 ਜਣੇ। ਕਿੰਨੀ ਏਜ ਦੇ ਹੈਗੇ ਸਾਰੇ? ਦੋਨਾਂ 28-30 ਇਹਦੇ ਵਿੱਚ ਏਜ ਦੇ ਵਿੱਚ। ਕਿਹੜੇ ਪਿੰਡ ਤੋਂ? ਇੱਕ ਨੂੰ ਪਟਿਆਲੇ ਰੈਫਰ ਕਰਤਾ ਸੀ ਤੇ ਇੱਕ ਸਵੇਰੇ ਅੱਜ ਪਤਾ ਲੱਗਿਆ ਜਦੋਂ ਪੁਲ ਤੋਂ ਬੁੜਕ ਕੇ ਥੱਲੇ ਨੀਚੇ ਡਿੱਗਾ ਹੋਇਆ ਸੀ, ਉਹਦੀ ਡੈਡ ਬੋਡੀ ਸਵੇਰੇ ਚਕਾਈ ਹੈ ਜੀ। ਕਿੰਨੀ ਉਮਰ ਦੇ ਨੌਜਵਾਨ ਸੀ ਇਹ ਇੱਕ 29 ਸਾਲ ਦਾ, ਬਾਕੀ 20-22 ਸਾਲ ਦੇ ਨੇ ਜੀ। ਟੋਟਲ ਕਿੰਨੇ ਜਣੇ? 4 ਜਬਕੇ ਹੋਏ ਨੇ ਜੀ। 4 ਜਣੇ ਦੇ ਹਾਂਜੀ। अगे वधांगे साबका मंत्री जन्मेजर सिंह सेखों तो विजिलेंस की पुछगिछ जारी है। तो यह भी वड्डी खबर है। मोहाली दे विच विजिलेंस दफ्तर दे विच सवाल जवाब हो रहे हैं। लंच टाइम तो बाद दूजे गेड़ की पुछगिछ चल रही है। पहले गेड़ दे विच करीब 3 घंटे तक सवाल जवाब हुए ने। कथित सिंचाई घोटाला है जिसनूं लैके पुछगिछ हो रही है। करीब 1200 करोड़ रुपए का कथित सिंचाई घोटाला है। अकाली भाजपा सरकार के वेले का यह सारा मामला है। तो मामले दे विच हुण साबका IAS कान सिंह पन्नू, KBS सिद्धू ते साबका मंत्री शरणजीत ढिल्लों तो पुछगिछ हो चुकी है। और जेकर अज का जिक्र किया जाए तो जन्मेजर सिंह सेखों साबका मंत्री उन्होंने बुलाया गया और 3 घंटे पहला पुछगिछ हो चुकी है। और दूजा हुण यह गेड़ है, यानी कि लंच टाइम तो बाद जदों सवाल जवाब होने ने। तो नपिंदर बराड़ मेरे सहयोगी ने फोन लाइन ते जो मौके ते मौजूद ने। नपिंदर की कुछ जानकारी है? लंबा समा हजे होर पुछगिछ चल सकती है क्योंकि 3 घंटे पहला ही सवाल जवाब हुए। देखो बिल्कुल पुछगिछ हाले चलेगी क्योंकि दोबारा 2:30 बजे ਜਿਹੜੇ ਆਏ ਨੇ करीब 2:35 ਤੇ ਜਰਮੇਜਰ ਸਿੰਘ ਸੇਖੋਂ ਪਹੁੰਚੇ ਨੇ। ਤਾਂ ਸਵਾਲ ਜਵਾਬ ਦਾ ਸਿਲਸਿਲਾ ਦੇਖੋ ਲੱਗਦਾ ਹੈ ਕਿ ਹਾਲੇ ਚੱਲੇਗਾ ਕਿਉਂਕਿ ਅਗਰ ਜ਼ਿਆਦਾ ਪੁੱਛਗਿੱਛ ਨਾ ਹੁੰਦੀ ਤੇ ਸ਼ਾਇਦ ਲੰਚ ਬ੍ਰੇਕ ਦੀ ਲੋੜ ਨਾ ਪੈਂਦੀ, ਉਸੇ ਵੇਲੇ ਨਿਪਟਾ ਦਿੱਤਾ ਜਾਂਦਾ। ਜਿਹੜਾ ਲੰਚ ਬ੍ਰੇਕ ਤੋਂ ਬਾਅਦ ਬੁਲਾਇਆ ਗਿਆ ਉਸ ਤੋਂ ਲੱਗਦਾ ਹੈ ਕਿ ਸਵਾਲ ਜਵਾਬ ਦਾ ਸਿਲਸਿਲਾ ਜਿਹੜਾ ਹੈਗਾ ਇਹ ਲੰਬਾ ਚੱਲ ਸਕਦਾ ਕਿਉਂਕਿ ਦੇਖੋ ਪੁਰਾਣਾ ਮਾਮਲਾ ਹੈ। ਜਿਸ ਵੇਲੇ ਜਰਮੇਜਰ ਸਿੰਘ ਸੇਖੋਂ ਮੰਤਰੀ ਹੋਇਆ ਕਰਦੇ ਸੀ, ਇਰੀਗੇਸ਼ਨ ਮਿਨਿਸਟਰ ਹੋਇਆ ਕਰਦੇ ਸੀ, 2 ਮਿਨਿਸਟਰ ਜਿਹੜੇ ਚੇਂਜ ਹੋ ਗਏ। ਦੇਖੋ ਸ਼ਰਨਜੀਤ ਢਿੱਲੋਂ ਵੀ ਔਰ ਜਰਮੇਜਰ ਸਿੰਘ ਸੇਖੋਂ ਦੋਨਾਂ ਦੇ ਵੇਲੇ ਨੂੰ ਜੋੜ ਕੇ ਜਿਹੜਾ ਹੈਗਾ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰ उस वेले जे ये पूरी गड़बड़ी जिसका एक शंका जताया जा रहा फिलहाल जे वो हुई है तो वो किस पद्धर ते हुई, ਉਹਦੇ ਵਿੱਚ किस दी इन्वॉल्वमेंट रही, किस लैवल ते जाके
ਜਿਹੜਾ ਹੈਗਾ ਕੀ ਮਿਨਿਸਟਰ ਲੈਵਲ ਤੇ ਉਹ ਚੀਜ਼ਾਂ ਧਿਆਨ ਦੇ ਸੀ, ਕੋਈ ਇਨਵੋਲਵਮੈਂਟ ਸੀ ਕਿ ਸੈਕਟਰੀ ਲੈਵਲ ਤੇ ਕੋਈ ਇਨਵੋਲਵਮੈਂਟ ਸੀ, ਉਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੈਕਟਰੀ ਕਾਹਨ ਸਿੰਘ ਪੰਨੂ ਜਿਹੜੇ ਉਹਨਾਂ ਤੋਂ ਵੀ ਉਸ ਵੇਲੇ ਦੇ ਸੈਕਟਰੀ ਸੀਗੇ, ਉਹਨਾਂ ਤੋਂ ਪੁੱਛਗਿੱਛ ਜਿਹੜੀ ਕੀਤੀ ਗਈ। ਉਸ ਵੇਲੇ ਦੇ ਚੀਫ ਸੈਕਟਰੀ ਨੂੰ ਜਿਹੜਾ ਹੈਗਾ ਸਮਨ ਕੀਤਾ ਗਿਆ, ਹਾਲਾਂਕਿ ਉਹ ਪਹਿਲਾਂ ਬਾਹਰ ਸੀ, ਤਾਂ ਹੁਣ ਉਹ ਆ ਚੁੱਕੇ ਨੇ ਪੰਜਾਬ, ਔਰ ਉਹਨਾਂ ਨੇ ਵੀ ਮੇਲ ਕਰਕੇ ਜਿਹੜਾ ਹੈ ਵਿਜੀਲੈਂਸ ਨੂੰ ਕਿਹਾ ਕਿ ਤੁਸੀਂ ਮੈਨੂੰ ਜਦੋਂ ਮਰਜ਼ੀ ਬੁਲਾ ਸਕਦੇ ਹੋ ਪੁੱਛਗਿੱਛ ਦੇ, ਤਾਂ ਅਗਲੇ ਹਫ਼ਤੇ ਉਹਨਾਂ ਨੂੰ ਵੀ ਬੁਲਾਇਆ ਜਾ ਸਕਦਾ ਹੈ। ਸ਼ਰਨਜੀਤ ਢਿੱਲੋਂ ਤੋਂ ਪਹਿਲਾਂ ਪੁੱਛਗਿੱਛ ਹੋ ਚੁੱਕੀ ਹੈ, ਤਾਂ ਹੁਣ ਦੇਖਦੇ ਹਾਂ ਜੀ ਕਿੰਨੀ ਦੇਰ ਪੁੱਛਗਿੱਛ ਜਿਹੜੀ ਚੱਲਦੀ ਹੈ, ਕਿਸ ਤਰ੍ਹਾਂ ਸਵਾਲ ਜਵਾਬ ਹੁੰਦੇ ਨੇ। ਜਿਸ ਤਰ੍ਹਾਂ ਜਿਵੇਂ ਜੱਜ ਦੇਖੋ ਬਾਹਰ ਆਉਂਦੇ ਨੇ ਤਾਂ ਚੀਜ਼ਾਂ ਦੀ ਜਿਹੜੀ ਅਪਡੇਟ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਜੀ ठीक है नपिंदर, तमाम जानकारी ਲਈ ਧੰਨਵਾਦ ਹੈ। ਤਾਂ ਇਹ ਪੁੱਛਗਿੱਛ ਜੋ ਹੋ ਰਹੀ ਹੈ ਤਾਂ ਇਹ ਕਥਿਤ ਤੌਰ ਤੇ ਸਿੰਜਾਈ ਘੁਟਾਲਾ ਹੈ ਕਰੀਬ 1200 ਕਰੋੜ ਰੁਪਏ ਦਾ, ਜਿਸ ਨੂੰ ਲੈ ਕੇ ਸਵਾਲ ਜਵਾਬ ਨੇ ਗ੍ਰਾਫਿਕ ਦੇ ਜ਼ਰੀਏ ਵੀ ਦਿਖਾ ਰਹੇ ਹਾਂ। ਜਨਮੇਜਰ ਸਿੰਘ ਸੇਖੋਂ ਨੇ ਸਾਬਕਾ ਮੰਤਰੀ ਜਿਹੜੇ ਕਿ ਪਹੁੰਚੇ ਹੋਏ ਨੇ ਅੱਜ ਵਿਜੀਲੈਂਸ ਦੇ ਦਫ਼ਤਰ। ਸ਼ਰਨਜੀਤ ਢਿੱਲੋਂ ਨੇ ਸਾਬਕਾ ਮੰਤਰੀ ਨੇ, ਇਹਨਾਂ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ, ਪਹਿਲਾਂ ਇਹਨਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਅੱਜ ਜਨਮੇਜਰ ਸਿੰਘ ਸੇਖੋਂ ਨੂੰ ਸੱਦਿਆ ਹੈ। ਇਸ ਤੋਂ ਇਲਾਵਾ ਉਸ ਵੇਲੇ ਦੇ ਜਿਹੜੇ ਚੀਫ ਸੈਕਟਰੀ ਨੇ यानी कि साबका मुख ਸਕੱਤਰ ਨੇ ਸਰਵੇਸ਼ ਕੌਸ਼ਲ, ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾ ਚੁੱਕੇ ਨੇ। ਮਹਿਕਮੇ ਦੇ ਨਾਲ ਜੁੜੇ ਇਹ ਸਾਰੇ ਅਫਸਰ ਨੇ, ਤਾਂ ਸਾਬਕਾ ਵਿਸ਼ੇਸ਼ ਮੁਖ ਸਕੱਤਰ KBS ਸਿੱਧੂ, ਤਾਂ ਇਹਨਾਂ ਤੋਂ ਵੀ ਜਿਹੜੀ ਪੁੱਛਗਿੱਛ ਹੈ ਉਹਨਾਂ ਤੋਂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਾਹਨ ਸਿੰਘ ਪੰਨੂ ਨੇ ਸਾਬਕਾ ਸਕੱਤਰ ਨੇ, ਇਹਨਾਂ ਤੋਂ ਵੀ ਸਵਾਲ ਜਵਾਬ ਕੀਤੇ ਜਾ ਚੁੱਕੇ ਨੇ। ਤਾਂ ਇਹ ਅਹਿਮ 5 ਚਿਹਰੇ ਨੇ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਔਰ ਕਰੀਬ 1000 ਕਰੋੜ ਦਾ ਕਥਿਤ ਸਿੰਜਾਈ ਘੁਟਾਲਾ ਹੈ। 1000 ਕਰੋੜ ਕਰੀਬ 1200 ਕਰੋੜ ਦੱਸਿਆ ਜਾ ਰਿਹਾ ਹੈ। ਤਾਂ ਇਹ ਘੁਟਾਲਾ ਹੈ 2012 ਤੋਂ ਲੈ ਕੇ 2017 ਦਾ ਦੌਰਾਨ ਦਾ ਇਹ ਮਾਮਲਾ ਹੈ, ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦੀ ਗੱਠਜੋੜ ਦੀ ਸਰਕਾਰ ਸੀ। ਤਾਂ ਉਸ ਵੇਲੇ ਦਾ ਇਹ ਸਾਰਾ ਮਾਮਲਾ ਹੈ। ਔਰ ਮੁੱਖ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਨੂੰ ਦੱਸਦੇ ਕਿ 1000 ਕਰੋੜ ਦਾ ਟੈਂਡਰ ਮਿਲਿਆ। ਤਾਂ ਉਸ ਵੇਲੇ ਇਸ ਕਿਸਮ ਦੇ ਨਾਲ ਇਹ ਸਾਰਾ ਮਾਮਲਾ ਸਾਹਮਣੇ ਆਇਆ। ਟੈਂਡਰ ਦੇ ਬਦਲੇ ਮੋਟੀ ਰਿਸ਼ਵਤ ਦੇਣ ਦਾ ਇਲਜ਼ਾਮ ਹੈ ਕਿ ਜੇਕਰ ਉਹਨਾਂ ਨੂੰ ਟੈਂਡਰ ਮਿਲਿਆ ਤਾਂ ਉਸ ਦੇ ਬਦਲੇ ਉਹਨਾਂ ਨੇ ਮੋਟੀ ਰਿਸ਼ਵਤ ਦਿੱਤੀ ਸੀ। ਠੇਕੇਦਾਰ ਗੁਰਿੰਦਰ ਸਿੰਘ ਦਾ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ। ਨਿਯਮਾਂ ਨੂੰ ਅੱਖੋਂ ਪਰੋਕੇ ਕੀਤਾ ਗਿਆ ਔਰ ਟੈਂਡਰ ਦਿੱਤੇ ਗਏ, ਯਾਨੀ ਕਿ ਟੈਂਡਰ ਜਿਹੜੇ ਦਿੱਤੇ ਗਏ ਤਾਂ ਉਸ ਨੂੰ ਲੈ ਕੇ ਸਵਾਲ ਖੜੇ ਹੋਏ। 2017 ਚ ਠੇਕੇਦਾਰ ਗੁਰਿੰਦਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਔਰ ਉਸ ਵੇਲੇ ਤੋਂ ਇਹ ਪੁੱਛਗਿੱਛ ਚੱਲ ਰਹੀ ਹੈ। ਅੱਗੇ ਵਧਾਂਗੇ, ਉਧਰ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ। ਹਸ਼ੀਸ਼ ਸਿੰਘ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ। 2 ਦਿਨ ਪਹਿਲਾਂ ਦੱਸਦੀ ਕਿ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਹਸ਼ੀਸ਼ ਔਰ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਰਹਿ ਰਿਹਾ ਸੀ। ਮਹਿਜ਼ 2 ਦਿਨ ਪਹਿਲਾਂ ਹੀ ਗਿਆ ਸੀ। ਤਾਂ ਪਟਿਆਲਾ ਦੇ ਅਰਬਨ ਸਟੇਟ ਦਾ ਰਹਿਣ ਵਾਲਾ ਸੀ ਹਸ਼ੀਸ਼ ਨੌਜਵਾਨ, ਜੋ ਸਿਰਫ ਮਾਂ ਤੇ ਬੇਟਾ ਹੀ ਸਨ, ਯਾਨੀ ਕਿ ਸਿਰਫ ਮਾਂ ਪੁੱਤ ਹੀ ਸਨ ਜਿਹੜੇ ਕਿ ਰਹਿੰਦੇ ਨੇ। ਔਰ ਪੁੱਤ ਜਦੋਂ ਕੈਨੇਡਾ ਚਲਾ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਹੁਣ 2 ਦਿਨ ਬਾਅਦ ਇਹ ਖਬਰ ਸਾਹਮਣੇ ਆਈ ਹੈ ਕਿ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ। ਹਾਲਾਂਕਿ ਹੁਣ ਨੌਜਵਾਨ ਦੀ ਲਾਸ਼ ਦੇ ਲਈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਲਾਸ਼ ਸੌਂਪ ਦਿੱਤੀ ਜਾਵੇ ਤਾਂ ਕਿ ਆਪਣੇ ਹੱਥਾਂ ਦੇ ਨਾਲ ਉਹ ਸਾਰੀਆਂ ਅੰਤਿਮ ਰਸਮਾਂ ਨੂੰ ਅਦਾ ਕਰ ਸਕਣ। ਤਾਂ 2 ਤਸਵੀਰਾਂ ਦਿਖਾ ਰਹੇ ਹਾਂ। ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ। ਪਹਿਲੀ ਤਸਵੀਰ ਹੈ ਜੋ ਪੁਰਾਣੀ ਤਸਵੀਰ, ਔਰ ਦੂਜੀ ਤਸਵੀਰ ਜਿਸ ਵੇਲੇ ਹਸ਼ੀਸ਼ ਖੁਸ਼ੀ ਜਾ ਰਿਹਾ ਸੀ ਕੈਨੇਡਾ, ਕਿਉਂਕਿ ਮਹਿਜ਼ 2 ਦਿਨ ਪਹਿਲਾਂ ਹੀ ਗਿਆ ਸੀ। ਔਰ ਅੱਜ ਕੱਲ ਉਸ ਮੌਕੇ ਤਸਵੀਰਾਂ ਜਿਹੜੀਆਂ ਨੇ ਆਪਣੇ ਕੈਮਰੇ 'ਚ ਕੈਦ ਕਰ ਲੈਂਦੇ ਨੇ ਪਰਿਵਾਰਕ ਮੈਂਬਰ, ਜਦੋਂ ਨੌਜਵਾਨ ਮੁੰਡੇ ਕੁੜੀਆਂ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਜਾਂਦੇ ਨੇ ਵਿਦੇਸ਼ਾਂ ਨੂੰ, ਕੈਨੇਡਾ ਜਾਣ, ਅਮਰੀਕਾ ਜਾਣ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜਾਣ। ਤਾਂ ਫਿਰ ਉਸ ਵੇਲੇ ਦੀ ਇਹ ਤਸਵੀਰ ਹੈ, ਯਾਨੀ ਕਿ ਸੁੱਖ ਜਿਹੜੇ ਨੇ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਆਉਣਗੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਪਰ ਇਹ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ ਇਸ ਪਰਿਵਾਰ ਤੇ। ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ। ਹਾਲਤ ਸਮਝੀ ਜਾ ਸਕਦੀ ਹੈ ਉਸ ਮਾਂ ਦੀ। ਮਹਿਜ਼ ਬਹੁਤ ਛੋਟੀ ਉਮਰ ਦਾ ਇਹ ਨੌਜਵਾਨ ਨਜ਼ਰ ਆ ਰਿਹਾ ਹੈ ਸਾਨੂੰ, ਜੋ ਆਪਣੇ ਸੁਪਨੇ ਪੂਰੇ ਕਰਨ ਲਈ ਕੈਨੇਡਾ ਗਿਆ ਸੀ, ਪਰ ਉੱਥੇ ਉਸ ਦੀ ਮੌਤ ਦੀ ਖਬਰ ਹੀ ਸਾਹਮਣੇ ਆਉਂਦੀ ਹੈ। ਸਟੱਡੀ ਵੀਜ਼ੇ ਤੇ ਗਿਆ ਸੀ। ਮਹਿਜ਼ ਅੰਦਾਜ਼ਾ ਲਾ ਸਕਦੇ ਹਾਂ ਕਿਉਂਕਿ ਸਟੱਡੀ ਵੀਜ਼ਾ ਵੀ ਜਿਹੜਾ ਹੈ ਉਹ ਕੋਈ ਲੱਖਾਂ ਤੋਂ ਘੱਟ ਨਹੀਂ ਮਿਲਦਾ, ਤਾਂ ਲੱਖਾਂ ਰੁਪਏ ਖਰਚੇ ਔਰ ਉਸ ਤੋਂ ਬਾਅਦ ਬਾਹਰ ਵਿਦੇਸ਼ ਨੂੰ ਰੁਕ ਕੀਤਾ। ਪਰ ਹੁਣ ਇਹ ਮੌਤ ਦੀ ਖਬਰ ਆਈ ਹੈ ਕਿ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ। ਤਾਂ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਲਾਸ਼ ਜਿਹੜੀ ਹੈ ਉਹ ਭਾਰਤ ਲਿਆਂਦੀ ਜਾਵੇ, ਪੰਜਾਬ ਲਿਆਂਦੀ ਜਾਵੇ। ਤਾਂ 2 ਤਸਵੀਰਾਂ ਦਿਖਾ ਰਹੇ ਹਾਂ। ਪਹਿਲੀ ਪੁਰਾਣੀ ਤਸਵੀਰ ਹੈ ਇਸ ਨੌਜਵਾਨ ਦੀ, ਤਾਂ ਇਹ ਬਹੁਤ ਮੰਦਭਾਗੀ ਖਬਰ ਹੈ, ਖਾਸ ਤੌਰ ਤੇ ਪਰਿਵਾਰ ਦੇ ਲਈ ਵੱਡਾ ਝਟਕਾ ਹੈ। ਦੂਜੀ ਤਸਵੀਰ ਪਰਿਵਾਰ ਗਮ ਦੇ ਵਿੱਚ। ਪੰਜਾਬ ਸਰਕਾਰ ਅੱਗੇ ਸਰਦਾਰ ਭਗਵੰਤ ਮਾਨ ਅੱਗੇ ਇੱਕੋ ਹੀ ਬੇਨਤੀ ਕਰਦੀ ਹਾਂ
कि मेरे बच्चे दे जिन्ने स्वास थे उस परमात्मा ने ले लेने। मेरा बच्चा मेरे को खो लिया, पर मेरी पंजाब सरकार अगे इको ही अपील है कि मेरा बच्चा मेरा बच्चा वापस किया जाए। ਉਹਦਾ पार्थिव शरीर बड़े इज्जत के नाल, बड़े प्यार दे नाल, बड़ी निमरता दे नाल मेरा बच्चा सौंपया जाए। मैं आखिरी बार अपने कलेजे नाल लावां अपना बच्चा, मेरा बच्चा वापस आ दो, मेरा बच्चा वापस आ दो। ਤਾਂ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਉਮੀਦ ਜਤਾ ਰਹੇ ਨੇ, ਮੰਗ ਕੀਤੀ ਹੈ ਸਰਕਾਰ ਤੋਂ ਕਿ ਲਾਸ਼ ਨੂੰ ਲਿਆਂਦਾ ਜਾਵੇ ਭਾਰਤ। ਅੱਗੇ ਵਧਾਂਗੇ। ਉਧਰ ਚੰਡੀਗੜ੍ਹ ਦੀ ਅਦਾਕਾਰਾ ਤੁਨੀਸ਼ਾ ਦੀ ਮਾਂ ਨੇ ਸਜ਼ਾਨ ਤੇ ਗੰਭੀਰ ਇਲਜ਼ਾਮ ਲਗਾਏ ਨੇ। ਸਜ਼ਾਨ ਨੇ ਮੇਰੀ ਧੀ ਨੂੰ ਧੋਖਾ ਦਿੱਤਾ ਹੈ। ਤੁਨੀਸ਼ਾ ਦੀ ਮਾਂ ਦਾ ਕਹਿਣਾ ਹੈ ਸੈੱਟ ਤੇ ਡਰੱਗਸ ਲੈਂਦਾ ਸੀ ਸਜ਼ਾਨ। ਉਹਨਾਂ ਨੇ ਵੀ ਇਲਜ਼ਾਮ ਲਗਾਏ ਨੇ। ਕਤਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਵੀ ਉਹਨਾਂ ਨੇ ਕਿਹਾ ਹੈ। ਔਰ ਭੈਣ ਤੇ ਵੀ ਸਜ਼ਾਨ ਦੀ ਮਾਂ ਤੇ ਔਰ ਉਹਨਾਂ ਦੀ ਭੈਣ ਤੇ ਵੀ ਸਵਾਲ ਚੁੱਕੇ ਨੇ। ਸਜ਼ਾਨ ਦੇ ਪਰਿਵਾਰ ਨੇ ਤੁਨੀਸ਼ਾ ਨੂੰ ਵਰਤਿਆ ਹੈ। ਮਹਿੰਗੇ ਗਿਫਟ ਜੋ ਹੈ ਤਨੀਸ਼ਾ ਲੈ ਕੇ ਜਾਂਦੀ ਰਹੀ ਹੈ ਉਹਨਾਂ ਦੇ ਪਰਿਵਾਰ ਦੇ ਲਈ। ਤਾਂ ਬਰਥਡੇ ਪਾਰਟੀ ਹੁੰਦੀਆਂ ਰਹੀਆਂ ਨੇ। ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਸਾਰਾ ਕੁਝ ਦੱਸਿਆ ਪ੍ਰੈਸ ਕਾਨਫਰੰਸ ਦੇ ਦੌਰਾਨ। ਮਾਂ ਤੇ ਪਰਿਵਾਰ ਤੋਂ ਤਨੀਸ਼ਾ ਨੂੰ ਦੂਰ ਕਰ ਦਿੱਤਾ ਸੀ, ਇਹ ਵੀ ਉਹਨਾਂ ਨੇ ਕਿਹਾ। ਇਸਲਾਮ ਦਾ ਪਾਲਨ ਕਰਨ ਲਈ ਵੀ ਮਜਬੂਰ ਕੀਤਾ ਗਿਆ। ਤਾਂ ਸਾਰੇ ਗੰਭੀਰ ਇਲਜ਼ਾਮ लगाए गए ने सजान और उसके परिवार पे। तनीषा ने बताया था। क्या बताया था? कि मम्मा शेजान ना नशा वशा करता है सेट पे, बस इसके ज़्यादा उसने मेरे से कोई बात नहीं की। देखो मेरे टर्म्स इतने ज़्यादा नहीं था जैसा, लेकिन तनीषा का आना जाना बहुत बढ़ गया था क्योंकि उसकी माँ उसको घर पे बुला लेती थी। तो घर पे आ, उसका जन्मदिन आया, उसने डेकोरेट कराया घर, केक लेके जा रही है, 25-25 हज़ार की गिफ्ट दे रही है तनीषा उनको, ये सब चल रहा था। मैम आपने कहा कि मुस्लिम धर्म अपनाने के लिए क्या शेजान प्रेशराइज करता था? हाँ जी। एक दिन अचानक उसने उसका मोबाइल चेक किया शेजान का, जिसमें उसकी गर्लफ्रेंड का कुछ चैट था, पता नहीं आई डोंट नो क्या था। तो इसने पूछा शेजान से पूछा कि ये क्या है। शेजान ने तनीषा के थप्पड़ मारा सेट पे, रूम में थप्पड़ मारा। तो वो कहता तू कर ले जो कुछ करना है, मेरा तेरे साथ कोई रिश्ता नहीं है। उससे महंगे गिफ्ट्स मंगवाता था वो, उसको महंगे गिफ्ट्स देती थी वो, उसको समझ नहीं थी। बाकी उसको मेरे बच्चे को कोई बीमारी नहीं थी, उसको ओसीडी की बीमारी जरूर थी, जैसे हाथ धोना करना, बाकी और कुछ नहीं थी। उसकी फैमिली की इन्वॉल्वमेंट बहुत रही है, उसकी माँ, उसकी बहन और शेजान खुद। जब तेरा मेरे को तनीषा ने बोला कि मम्मी मेरे साथ धोखा हुआ है, मेरे को यूज किया गया है, मम्मा शेजान को बोलो कि वो वापस आ जाए। मैंने शेजान से बात की, मैं क्या शेजान ये क्या है कि तूने तनीषा के साथ ऐसा क्यों किया? कहता आंटी सॉरी, मैं कुछ नहीं कर सकता, जो करना करो। ये बात गलत है उसको मैं छोड़ने वाली नहीं हूँ। ਤਾਂ ਸਾਰੇ ਇਲਜ਼ਾਮ ਤਨੀਸ਼ਾ ਦੀ ਮਾਂ ਦੇ ਵੱਲੋਂ ਲਗਾਏ ਗਏ। ਉਧਰ AIG ਆਸ਼ੀਸ਼ ਕਪੂਰ ਦੇ ਖਿਲਾਫ ਕਾਰਵਾਈ ਦੀ ਮੰਗ ਉੱਠੀ ਹੈ। ਪੀੜਤ ਮਹਿਲਾ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਪੁਲਿਸ ਨੇ ਸਹੀ ਕਾਰਵਾਈ ਨਹੀਂ ਕੀਤੀ, ਪੀੜਤਾ ਨੇ ਕਿਹਾ ਹੈ। ਔਰ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਵਾਲੀ ਪੁਰਾਣੀ ਟੀਮ ਨੂੰ ਜਾਂਚ ਸੌਂਪਣ ਦੀ ਮੰਗ ਕੀਤੀ ਗਈ ਹੈ। ਨਿਆਇਕ ਹਿਰਾਸਤ ਦੇ ਵਿੱਚ ਨੇ AIG ਆਸ਼ੀਸ਼ ਕਪੂਰ। ਦੱਸਦੇ ਕਿ ਰਿਸ਼ਵਤ ਲੈਣ ਦੇ ਇਲਜ਼ਾਮਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ। ਕੇਸ ਰਫਾ ਦਫਾ ਕਰਨ ਦੇ ਲਈ 1 ਕਰੋੜ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਹੈ। ਤਾਂ ਹੁਣ ਪੀੜਤ ਦੇ ਵੱਲੋਂ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਔਰ ਕਿਹਾ ਗਿਆ ਕਿ ਸਹੀ ਜਾਂਚ ਹੋਵੇ। ਔਰ ਇਹ ਵੀ ਮੰਗ ਕੀਤੀ ਗਈ ਹੈ ਕਿ ਸਾਬਕਾ IG ਨੇ ਕੁੰਵਰ ਵਿਜੇ ਪ੍ਰਤਾਪ ਉਹਨਾਂ ਵਾਲੀ ਪੁਰਾਣੀ ਟੀਮ ਨੂੰ ਇਸ ਸਾਰੀ ਜਾਂਚ ਨੂੰ ਸੌਂਪਿਆ ਜਾਵੇ। ਮੈਮ ਕਦੋਂ ਦਾ ਇਹ ਪੂਰਾ ਮਾਮਲਾ ਹੈ? ਤੁਸੀਂ ਅਜੇ ਤੱਕ ਪੁਲਿਸ ਕੰਪਲੇਂਟ ਕਰਵਾਈ ਸੀਗੀ ਔਰ ਅੱਜ ਰਾਜਪਾਲ ਨੂੰ ਤੁਸੀਂ ਮਿਲੇ ਹੋ, ਪੂਰਾ ਮਾਮਲਾ डिटेल ਚ ਦੱਸ ਸਕੋ ਤਾਂ। सर वैसे तो मामला 2016 का है, जब मैं अमृतसर जेल में थी एक अंडर ट्रायल एक 420 के केस में, कि वो वहाँ पे सुपरिटेंडेंट थे सर। वहाँ पे इन्होंने मेरा फिजिकल टॉर्चर, मेरा रेप किया एंड आई गॉट प्रेग्नेंट। तो जब इनको लगा कि ये प्रेग्नेंट हो गई है तो इन्होंने ही मेरा बेल करवाया
एंड उसके बाद डर के मारे इन्होंने मुझे अब लगता है कि फॉल्स प्रोमिसेस दे रहे थे कि वो मुझसे शादी करेंगे। मेरा सर डिवोर्स चल ही रहा था, उनको ये बात पता थी और उन्होंने मुझे बोला था कि वो भी डिवोर्स ले लेंगे। तो बाहर आती हूँ, तो बाहर आने के बाद मेरे बच्चों का केस भी चल रहा था, डिवोर्स का भी चल रहा था। तो बच्चों के एक फेब 2018 में सर बच्चों के केस की हियरिंग के बीच में सर आशीष कपूर की वाइफ कमल कपूर मेरे हस्बैंड के साथ पार्टी बन के आती है एंड वो एक एप्लीकेशन मूव करती है कि मुझे मेरे बच्चे नहीं मिलने चाहिए बिकॉज आई एम गोइंग अराउंड विद हस्बैंड। तो आई स्पोक टू आशीष देन, मैंने उनको बोला कि आपने बोला आपका डिवोर्स चल रहा है, सो गिव मी दोस पेपर्स, मैं भी यहाँ कोर्ट में दिखा दूंगी। सर जैसे ही मैंने मांगा उन्होंने मेरे पे झूठा FIR करवा दिया। ਤੁਸੀਂ ਜੇਲ੍ਹ 'ਚ ਬੰਦ ਸੀਗੇ ਜਦੋਂ ਤੁਸੀਂ ਕਿਹਾ ਕਿ ਪਹਿਲੀ ਮੁਲਾਕਾਤ ਹੋਈ, ਹਾਂਜੀ। ਕਿਸ ਤਰੀਕੇ ਨਾਲ ਗੱਲਬਾਤ ਹੋਈ ਜਾਂ ਉਸ ਵੇਲੇ ਕਿਸ ਤਰੀਕੇ ਦੇ ਨਾਲ जेल ਦੇ ਅੰਦਰ, क्योंकि ये फिल्मी थोड़ा लगता है कि जेल ਦੇ अंदर इस तरीके ਨਾਲ ਇਹ चीज। सर ये फिल्मी लगता है लेकिन मेरे साथ बीता हुआ है सर। सो मुझे पता है सर, वो सुपरिटेंडेंट थे सर, वो कहीं भी जा सकते हैं। तो वो जो फीमेल का जो होता है जनान हाथा कहते हैं जो बेसिकली, तो वहां पे आते थे, वो सबकी प्रॉब्लम्स पूछते थे। उन्होंने मुझसे बात करी, तो उन्होंने जब मुझसे फर्स्ट टाइम भी बात करी उसके बाद उन्होंने मुझे अपने ऑफिस में बुलाने लग गए। उन्होंने मुझे बोला तुम कंप्यूटर का काम करो, डोंट वेस्ट योर एनर्जी, तुम इधर काम करने लग जाओ। एंड उनको ये भी पता चल गया था कि मेरा मेरे हस्बैंड के साथ डिवोर्स चल रहा है और मुझे कोई मिलने नहीं आता है, तो उन्होंने उस चीज का भी फायदा उठाया। ਜਦੋਂ ਇਹ ਫਿਜ਼ੀਕਲੀ ਉਹ ਤੁਹਾਡੇ ਦੇ ਨਾਲ ਹੋਏ, ਉਸ ਵੇਲੇ ਉਹਨਾਂ ਨੇ ਤੁਹਾਨੂੰ ਕਿਹਾ ਸੀ ਕਿ ਤੁਹਾਡੇ ਨਾਲ ਬਾਅਦ ਵਿੱਚ ਵਿਆਹ ਕਰਾਂਗਾ ਜਾਂ ਜ਼ਬਰ ਜਿਨਾ ਕੀਤਾ ਸੀ? जबरदस्ती करने के बाद जब मेरे को देयर वाज नो होप बिकॉज फैमिली भी सपोर्ट में नहीं थी सर, मदर को क्या बताती सर। तो मैंने उनको बोला कि वो उनका एक बार नहीं हुआ, उनका फिर दोबारा हुआ। उनकी जबरदस्ती में सर सारा का सारा जेल मैंने देखा था उनकी उन्हीं के हिसाब से चलता था, जो वो कहते थे वही चलता था। सो आई वाज स्कैर्ड। मैंने उनको बोला कि मैं जब मैं कोर्ट में जाऊंगी मैं जज को बोलूंगी, कहते कह के देख लो कुछ नहीं होने वाला तुम्हारे को कोई नहीं सुनने वाला। तो मुझे लगा कि वो सच बोल रहे बिकॉज वो बहुत रिसोर्सफुल थे उस टाइम पे। तो जब प्रेग्नेंट होगी उन्होंने ही मेरी बेल कराई है, बाहर आके अबॉर्शन उन्होंने मुझे तब एश्योरेंस दिया है कि तुम से मैं जरूर शादी करूंगा। मेरे घर आए सर, मेरी मम्मी से मिले, सबसे मिलते थे वो सर। तो बस ਅਬੋਰਸ਼ਨ ਕਿਉਂਕਿ ਇਲੀਗਲ ਹੁੰਦਾ ਹੈ, ਉਹ ਕਿਸ ਤਰੀਕੇ ਦੇ ਨਾਲ ਉਸ सर, ਵੇਲੇ वो बहुत अर्ली स्टेज का था, सो वो पिल से भी अबॉर्ट हो जाता है सर। सो उन्होंने वो कराया था, उनका गनमैन आया था सर, मुझे आज भी उस बंदे का वो शक्ल याद है सर जिन्होंने मुझे पिल दी थी सर। ਤੁਸੀਂ ਸ਼ਿਕਾਇਤ ਕਦੋਂ ਕਰਵਾਈ ਜਾਂ ਤੁਹਾਨੂੰ ਕਦੋਂ ਲੱਗਾ ਕਿ ਇਹ ਸ਼ਖਸ ਜਿਹੜਾ ਧੋਖਾ ਦੇ ਰਿਹਾ, ਇਹ ਸ਼ਖਸ ਜਿਹੜਾ ਵਿਆਹ ਨਹੀਂ ਕਰਵਾਏਗਾ, ਇਹ ਸ਼ਖਸ ਜਿਹੜਾ ਤੰਗ ਕਰ ਰਿਹਾ? सर देखो, अगर शादी नहीं करनी थी, मुझे पढ़ी लिखी लड़की हूं मैं, मुझे समझा सकता था। ही वॉज मैरिड, आई कैन अंडरस्टैंड कि उनकी हस्बैंड वाइफ का था इशू था, वो प्रॉब्लम सॉल्व होगी। ही शुड हैव कम टू मी कि मेरे साथ नहीं हो सकता सर। मेरे पे झूठी FIR नहीं कराने की जरूरत थी। झूठी ਤੁਹਾਡੇ ਤੇ ਕਦੀ FIR ਕਰਾਈ ਸੀ? 420 केस। हाँ, तो मेरे पे हाँ जी, मेरी मम्मी पे, मेरे भाई पे, सबके ऊपर सर उन्होंने झूठी FIR कराई सिर्फ मेरी आवाज को बंद करने के लिए। ਤਾਂ ਸਾਰੇ ਇਲਜ਼ਾਮ ਲਗਾਏ ਗਏ ਨੇ IG ਆਸ਼ੀਸ਼ ਕਪੂਰ ਤੇ। ਅੱਗੇ ਵਧਾਂਗੇ, ਉਧਰ ਹਰਿਆਣਾ ਦੇ ਖੇਡ ਮੰਤਰੀ ਖਿਲਾਫ SSP ਨੂੰ ਸ਼ਿਕਾਇਤ ਮਿਲੀ ਹੈ। ਮਹਿਲਾ ਐਥਲੀਟ ਕੋਚ ਨੇ ਚੰਡੀਗੜ੍ਹ ਦੇ SSP ਨੂੰ ਸ਼ਿਕਾਇਤ ਦਿੱਤੀ ਹੈ। ਮੰਤਰੀ ਸੰਦੀਪ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮਹਿਲਾ ਕੋਚ ਨੇ ਛੇੜਛਾੜ ਦੇ ਇਲਜ਼ਾਮ ਲਗਾਏ ਨੇ। ਮੈਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਮਿਲ ਰਹੀਆਂ ਨੇ, ਉਹਨਾਂ ਦਾ ਕਹਿਣਾ ਹੈ। ਖੇਡ ਮੰਤਰੀ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ, ਇਹ ਵੀ ਉਹ ਕਹਿ ਰਹੇ ਨੇ। CM ਤੇ ਗ੍ਰਹਿ ਮੰਤਰੀ ਨੇ ਕੋਈ ਮਦਦ ਵੀ ਨਹੀਂ ਕੀਤੀ ਹੈ। ਦੱਸੀਏ ਕਿ ਕੱਲ ਇਲਜ਼ਾਮ ਲਗਾਏ ਗਏ ਸੀ ਤਾਂ ਅੱਜ ਉਹਨਾਂ ਦਾ ਇਹ ਬਿਆਨ ਆਇਆ, ਸਟੇਟਮੈਂਟ ਆਈ ਹੈ ਕਿ ਹੁਣ ਤੱਕ ਕਿਸੇ ਨੇ ਵੀ ਕੋਈ ਮਦਦ ਨਹੀਂ ਕੀਤੀ। ਹਾਲਾਂਕਿ ਖੇਡ ਮੰਤਰੀ ਸੰਦੀਪ ਸਿੰਘ ਨੇ ਮਹਿਲਾ ਕੋਚ ਦੇ ਵੱਲੋਂ ਲਾਏ ਇਲਜ਼ਾਮਾਂ ਨੂੰ ਕੱਲ ਹੀ ਖਾਰਜ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਮਹਿਲਾ ਕੋਚ ਪੰਚਕੂਲਾ 'ਚ ਮਨਪਸੰਦ ਪੋਸਟਿੰਗ ਚਾਹੁੰਦੀ ਸੀ ਔਰ ਹੁਣ ਉਹਨਾਂ ਦੀ ਸਾਖ ਨੂੰ, ਛਵੀ ਨੂੰ ਖਰਾਬ ਕੀਤਾ ਜਾ ਰਿਹਾ ਹੈ। हर इंसान को सच्चाई पता चले। जो वो कल बोल रहे हैं कि मेरे पास कोई एविडेंस नहीं है, तो बीइंग ए गर्ल जो उन्होंने मेरे साथ की, जो मिसबिहेव किया, वो एक अलग चीज है। बट सबसे पहले जो उन्होंने कस्में खाई हैं मंत्री बनने के लिए, वो इस संविधान के रूल्स का ही फॉलो नहीं कर रहे हैं और उन्होंने मतलब देश के पूरे सिस्टम को ही मतलब एक क्वेश्चन में लाके खड़ा कर दिया है। एक्चुअली मेरी ज्वाइनिंग, जो मेरा अपॉइंटमेंट लेटर था OSP में जूनियर कोच, वो मुझे मिला है सितंबर में और ये हैं सबूत। क्योंकि मैं अब चीजें, मुझे काफी धमकियां मिल रही हैं, मुझे अभी तक कोई पुलिस प्रोटेक्शन नहीं मिला है और मैं इसके बारे में मैं पूरा कोशिश करूंगी कि मैं भूपेंद्र सिंह हुड्डा सर से भी मैं अब मेरे लिए मदद की उम्मीदें कर रही हूं।